CPP यानी कि कैनेडा पेंशन प्लान। पिछले एपीसोड तो बाद कुछ कॉल्स आईਆਂ ਤੇ ਸੱਚਮੁੱਚ ਹੈਰਾਨ ਸੀ ਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਉਹਨਾਂ ਨੂੰ ਕਿੰਨੀ ਪੈਨਸ਼ਨ ਮਿਲੇਗੀ ਤੇ ਇਹ ਵੀ ਨਹੀਂ ਸੀ ਪਤਾ ਕਿ ਕਿਸ ਉਮਰ ਦੇ ਉੱਤੇ ਪੈਨਸ਼ਨ ਲੈਣੀ ਜ਼ਿਆਦਾ ਬਿਹਤਰ ਰਹੇਗੀ 60 65 ਜਾਂ 70 ਸਾਲ। ਜਿਵੇਂ ਕਿ ਮੈਂ ਆਪਣੇ ਪਿਛਲੇ ਐਪੀਸੋਡ ਵਿੱਚ ਡਿਸਕਸ ਕੀਤਾ ਸੀ ਕਿ ਆਪਣੀ ਜ਼ਿੰਦਗੀ ਦੇ 30 35 ਜਾਂ 40 ਸਾਲ ਕੰਟਰੀਬਿਊਟ ਕਰਨ ਤੋਂ ਬਾਅਦ ਅਸੀਂ ਰਿਟਾਇਰਮੈਂਟ ਦਾ ਉਹ ਸਮਾਂ ਬਿਤਾਉਣਾ ਹੁੰਦਾ ਹੈ ਜਦੋਂ ਸਾਡੀ ਆਮਦਨ ਬੰਦ ਹੋ ਜਾਂਦੀ ਹੈ ਤੇ ਇਹ ਸਮਾਂ ਬਿਤਾਉਣਾ ਹੋਰ ਵੀ ਔਖਾ ਹੋ ਜਾਂਦਾ ਹੈ ਅਗਰ ਸਾਡੇ ਕੋਲ ਕੋਈ ਸਫੀਸ਼ੀਐਂਟ ਰਿਟਾਇਰਮੈਂਟ ਪਲੈਨਿੰਗ ਨਹੀਂ ਹੈ, ਸਾਡੀਆਂ ਸਫੀਸ਼ੀਐਂਟ ਸੇਵਿੰਗਸ ਨਹੀਂ ਹਨ ਜਾਂ ਫਿਰ ਗਵਰਨਮੈਂਟ ਤੋਂ ਮਿਲਣ ਵਾਲੀ ਪੈਨਸ਼ਨ ਸਫੀਸ਼ੀਐਂਟ ਨਹੀਂ ਹੈ। ਹੁਣ ਰਿਟਾਇਰਮੈਂਟ ਹੋਣ ਦਾ ਮਤਲਬ ਇਹ ਨਾ ਸਮਝ ਲਿਆ ਜਾਵੇ ਕਿ ਰਿਟਾਇਰਮੈਂਟ ਤੋਂ ਬਾਅਦ ਖਰਚੇ ਘੱਟ ਜਾਣਗੇ। ਇੱਕ ਸਾਦੇ ਅੰਦਾਜ਼ੇ ਮੁਤਾਬਕ ਤੁਹਾਡੇ ਕੋਲ ਤੁਹਾਡੀ ਆਮਦਨ ਦਾ 70% ਹੋਣਾ ਚਾਹੀਦਾ ਹੈ ਜਦੋਂ ਤੁਸੀਂ ਰਿਟਾਇਰਮੈਂਟ ਤੇ ਆ ਜਾਵੋ, ਯਾਨੀ ਕਿ ਰਿਟਾਇਰਮੈਂਟ ਵਾਲੀ ਇਨਕਮ ਤੁਹਾਡੀ ਮੌਜੂਦਾ ਇਨਕਮ ਦਾ 70% ਜ਼ਰੂਰ ਹੋਣਾ ਚਾਹੀਦਾ ਹੈ। ਪਰ ਇਸ ਤੋਂ ਪਹਿਲਾਂ ਕਿ ਮੈਂ ਇਸ 60 65 ਜਾਂ 70 ਸਾਲ ਦਾ ਫੰਡਾ ਡਿਸਕਸ ਕਰਾਂ, ਮੈਂ ਥੋੜ੍ਹਾ ਜਿਹਾ CPP ਬਾਰੇ ਤੁਹਾਨੂੰ ਦੱਸਣਾ ਚਾਹਾਂਗਾ ਕਿ CPP ਕੀ ਹੁੰਦੀ ਹੈ। ਕੈਨੇਡਾ ਵਿੱਚ ਕੰਮ ਕਰਨ ਵਾਲਾ ਵਿਅਕਤੀ ਜਿਸ ਦੀ ਉਮਰ 18 ਸਾਲ ਤੋਂ 65 ਸਾਲ ਦੇ ਵਿਚਕਾਰ ਹੈ ਉਸ ਲਈ ਇਸ CPP ਦੇ ਵਿੱਚ ਕੰਟਰੀਬਿਊਸ਼ਨ ਕਰਨਾ ਜ਼ਰੂਰੀ ਹੁੰਦਾ ਹੈ। ਕੁਝ ਹਾਲਾਤਾਂ ਨੂੰ ਛੱਡ ਕੇ ਜਿਹੜੇ ਕਿ ਮੈਂ ਪਿਛਲੇ ਐਪੀਸੋਡ ਦੇ ਵਿੱਚ ਡਿਸਕਸ ਕੀਤਾ ਸੀ, ਇਸ CPP ਦੇ ਵਿੱਚ ਕੰਟਰੀਬਿਊਟ ਕਰਨਾ ਲਾਜ਼ਮੀ ਹੁੰਦਾ ਹੈ। ਤੁਹਾਡੀ ਆਮਦਨ YBE यानी कि ईयरली बेसिक एग्जैम्पशन जी कि $3500 तो ज़्यादा अगर है तो ईयरली मैक्सिमम अर्निंग्स जी कि साल 2022 ਦੇ ਵਿੱਚ 64,900 डिकलेयर कीतियां गई ने। अगर इस तो विचकार इस दे विचकार तुहाडी आमदन है तो तुहानू CPP की कंट्रीब्यूशन करनी पवेगी। हुण जेकर तुसीं इंप्लॉई हो तो साल 2022 की कंट्रीब्यूशन 5.70% तुहाडी कंट्रीब्यूशन है तो इन्ना ही मैच करेगा तुहाडा इंप्लॉयर। तो जेकर सैल्फ इंप्लॉयड हो तो फिर पूरा 11.40% ਤੁਹਾਨੂੰ ਆਪਣੀ ਆਮਦਨ ਦਾ CPP ਦੇ ਵਿੱਚ ਕੰਟਰੀਬਿਊਟ ਕਰਨਾ ਪਵੇਗਾ, ਉਹ ਵੀ ਲਾਜ਼ਮੀ। ਹੁਣ ਇਹ ਤਾਂ ਸੀ ਥੋੜ੍ਹਾ ਜਿਹਾ CPP ਦੇ ਬਾਰੇ, ਪਰ ਅੱਜ ਦੇ ਐਪੀਸੋਡ ਦਾ ਮੇਨ ਟੌਪਿਕ ਹੈ ਕਿ CPP ਇੰਨੇ ਸਾਲ ਕੰਟਰੀਬਿਊਟ ਕਰਨ ਤੋਂ ਬਾਅਦ ਕਿਸ ਉਮਰ ਦੇ ਵਿੱਚ ਲੈ ਲੈਣੀ ਚਾਹੀਦੀ ਹੈ, 60 65 ਜਾਂ ਫਿਰ 70 ਸਾਲ ਦੀ ਉਮਰ ਦੇ ਵਿੱਚ। ਤੁਸੀਂ ਜਿਸ ਵੀ ਉਮਰ ਦੇ ਵਿੱਚ CPP ਲੈਣਾ ਚਾਹੋਗੇ ਤੁਹਾਨੂੰ ਮਿਲਣ ਵਾਲੀ CPP ਦਾ 100% ਅਮਾਊਂਟ ਜਿਸ ਲਈ ਤੁਸੀਂ ਐਲੀਜੀਬਲ ਹੋ 65 ਸਾਲ ਦੀ ਉਮਰ ਤੇ ਹੀ ਮਿਲੇਗਾ। ਲੇਕਿਨ ਜੇਕਰ ਤੁਸੀਂ 65 ਸਾਲ ਤੋਂ ਪਹਿਲਾਂ CPP ਲੈਣਾ ਚਾਹੁੰਦੇ ਹੋ ਜਾਂ ਇਸ ਨੂੰ ਡਿਲੇ ਕਰਕੇ 70 ਸਾਲ ਦੀ ਉਮਰ ਤੱਕ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਤੁਹਾਡੀ CPP ਯਾਨੀ ਕਿ ਕੈਨੇਡਾ ਪੈਨਸ਼ਨ ਪਲਾਨ ਦੇ ਵਿੱਚ ਮਿਲਣ ਵਾਲੀ ਪੈਨਸ਼ਨ ਜ਼ਰੂਰ ਪ੍ਰਭਾਵਿਤ ਹੋਵੇਗੀ। ਜਿਵੇਂ ਕਿ ਅਗਰ ਤੁਸੀਂ 65 ਸਾਲ ਦੀ ਬਜਾਏ 60 ਸਾਲ ਦੀ ਉਮਰ ਦੇ ਵਿੱਚ ਇਹ ਪੈਨਸ਼ਨ ਲੈਣਾ ਚਾਹੋ ਤਾਂ ਤੁਹਾਨੂੰ 65 ਸਾਲ ਤੇ ਮਿਲਣ ਵਾਲੀ ਪੈਨਸ਼ਨ ਜੋ ਕਿ ਜਿਸ ਲਈ ਤੁਸੀਂ ਐਲੀਜੀਬਲ ਹੋਵੋਗੇ ਉਸ ਤੋਂ 36% ਪੈਨਸ਼ਨ ਘੱਟ ਮਿਲੇਗੀ। ਫॉर ਐਗਜ਼ਾਮਪਲ ਅਗਰ ਤੁਹਾਨੂੰ 65 ਸਾਲ ਦੀ ਉਮਰ ਦੇ ਵਿੱਚ $1000 ਤੁਹਾਡੀ ਐਲੀਜੀਬਿਲਿਟੀ ਬਣਦੀ ਹੈ ਪੈਨਸ਼ਨ ਦੀ CPP ਦੇ ਵਿੱਚ, ਲੇਕਿਨ ਤੁਸੀਂ ਪੈਨਸ਼ਨ ਲੈਣਾ ਚਾਹੁੰਦੇ ਹੋ 60 ਸਾਲ ਦੀ ਉਮਰ ਦੇ ਵਿੱਚ ਤਾਂ ਫਿਰ ਤੁਹਾਨੂੰ ਮਿਲਣ ਵਾਲੀ ਪੈਨਸ਼ਨ ਘੱਟ ਕੇ $640 ਹੀ ਰਹਿ ਜਾਵੇਗੀ। ਜਦਕਿ ਇਸ ਦੇ ਉਲਟ ਅਗਰ ਤੁਸੀਂ ਇਸੇ ਪੈਨਸ਼ਨ ਨੂੰ 65 ਸਾਲ ਤੇ ਹੀ ਬਜਾਏ 70 ਸਾਲ ਦੀ ਉਮਰ ਤੱਕ ਡਿਲੇ ਕਰ ਦਿੰਦੇ ਹੋ ਤਾਂ ਤੁਹਾਡੀ ਇਹ ਪੈਨਸ਼ਨ 42% ਵੱਧ ਕੇ $1420 ਤੱਕ ਹੋ ਜਾਵੇਗੀ। ਹੁਣ ਕਿਹੜੇ ਹਾਲਾਤ ਨੇ ਜਿਹੜੇ ਸਾਨੂੰ ਇਹ ਕਹਿ ਸਕਦੇ ਨੇ ਕਿ 60 ਤੇ ਲੈਣੀ ਜਾਇਜ਼ ਹੈ ਜਾਂ ਫਿਰ 70 ਤੱਕ ਇੰਤਜ਼ਾਰ ਕੀਤਾ ਜਾਵੇ, ਇਹ ਡਿਸਕਸ ਕਰਕੇ ਅਸੀਂ ਅੱਗੇ ਐਪੀਸੋਡ ਦੇ ਵਿੱਚ। ਇਸ ਦਾ ਮਤਲਬ ਇਹ ਹੋਇਆ ਕਿ ਅਗਰ ਤੁਸੀਂ 65 ਸਾਲ ਦੀ ਉਮਰ ਤੋਂ ਪਹਿਲਾਂ CPP ਲੈਣ ਦੀ ਸੋਚ ਰਹੇ ਹੋ ਤਾਂ ਹਰ ਸਾਲ ਦੇ ਮੁਤਾਬਕ 6% CPP ਤੁਹਾਨੂੰ ਘੱਟ ਮਿਲੇਗੀ। ਇੰਝ ਹੀ ਜੇਕਰ ਤੁਸੀਂ ਇਸ CPP ਨੂੰ 65 ਸਾਲ ਤੋਂ ਬਾਅਦ ਡਿਲੇ ਕਰਨਾ ਚਾਹੁੰਦੇ ਹੋ ਤਾਂ ਹਰ ਸਾਲ 7% ਦੇ ਹਿਸਾਬ ਨਾਲ ਤੁਹਾਨੂੰ CPP ਜ਼ਿਆਦਾ ਮਿਲੇਗੀ। ਖੈਰ ਇਹ ਤਾਂ ਗੱਲ ਹੋ ਗਈ ਕਿ CPP 60 ਸਾਲ 70 ਸਾਲ ਜਾਂ 65 ਸਾਲ ਦੀ ਉਮਰ ਦੇ ਵਿੱਚ ਲਈ ਜਾਵੇ ਕਿ ਨਾ, ਜਾਂ ਕਿੰਨੀ CPP ਮਿਲੇਗੀ। ਪਰ ਇਸ ਨੂੰ ਡਿਸਾਈਡ ਕਰਨ ਦੇ ਕਿਹੜੇ ਫੈਕਟਰਸ ਨੇ ਕਿ ਅਸੀਂ ਇਹ ਸੋਚੀਏ ਕਿ 60 ਤੇ CPP ਲੈਣੀ ਹੈ, 70 ਸਾਲ ਦੀ ਉਮਰ 'ਚ ਲੈਣੀ ਹੈ ਜਾਂ ਫਿਰ 65 ਤੇ ਹੀ ਆਪਾਂ ਸ਼ੁਰੂਆਤ ਕਰ ਲਈਏ। ਵੈਸੇ ਤਾਂ ਕੋਈ ਸੈੱਟ ਫਾਰਮੂਲਾ ਨਹੀਂ ਹੈ, ਲੇਕਿਨ ਕੁਝ ਫੈਕਟਰਸ ਨੇ ਜਿਨ੍ਹਾਂ ਨੂੰ ਅਸੀਂ ਧਿਆਨ 'ਚ ਰੱਖ ਕੇ ਇਹ ਡਿਸਾਈਡ ਕਰ ਸਕਦੇ ਹਾਂ ਕਿ ਸਾਡੇ ਲਈ ਕਿਸ ਉਮਰ ਦੇ ਵਿੱਚ CPP ਲੈਣਾ ਜ਼ਿਆਦਾ ਢੁਕਵਾਂ ਹੈ। ਹੁਣ CPP 60 ਤੇ ਲਈ ਜਾਵੇ 65 ਤੇ ਜਾਂ 70 ਤੇ, ਇਸ ਨੂੰ ਡਿਸਾਈਡ ਕਰਨ ਲਈ ਪਹਿਲਾ ਜਿਹੜਾ ਫੈਕਟਰ ਅਸੀਂ ਮੰਨਦੇ ਹਾਂ ਉਹ ਹੈਗਾ ਲੌਂਜੀਵਿਟੀ ਆਫ ਲਾਈਫ, ਯਾਨੀ ਕਿ ਤੁਸੀਂ ਕਿੰਨੀ ਲੰਬੀ ਉਮਰ ਭੋਗੋਗੇ। ਹੁਣ ਕੋਈ ਕ੍ਰਿਸਟਲ ਬਾਲ ਜਾਂ ਕੋਈ ਜਾਦੂ ਦੀ ਛੜੀ ਅਜਿਹੀ ਨਹੀਂ ਜਿਹੜੀ ਦੱਸ ਪਾਵੇ ਕਿ ਸਾਡੀ ਕਿੰਨੀ ਲੰਬੀ ਉਮਰ ਹੋਵੇਗੀ, ਪਰ ਫਿਰ ਵੀ ਕੁਝ ਅਜਿਹੇ ਫੈਕਟਰਸ ਨੇ ਜਿਵੇਂ ਕਿ ਸਾਡੀ ਮੌਜੂਦਾ ਸਿਹਤ ਜਾਂ ਸਾਡੇ ਪਰਿਵਾਰ ਦੇ ਵਿੱਚ ਅਗਰ ਸਾਡੇ ਜੀ ਲੰਬੀ ਉਮਰ ਭੋਗ ਰਹੇ ਨੇ ਤਾਂ ਫਿਰ CPP ਨੂੰ ਡਿਲੇ ਕਰਨਾ ਸ਼ਾਇਦ ਜਾਇਜ਼ ਹੋ ਸਕਦਾ ਹੈ ਜਾਂ ਢੁਕਵਾਂ ਹੋ ਸਕਦਾ ਹੈ। ਪਰ
ਇੱਥੇ ਮੈਂ ਇੱਕ ਗੱਲ ਜ਼ਰੂਰ ਦੱਸਣਾ ਚਾਹਾਂਗਾ ਕਿ CPP ਦੇ ਲਈ ਡਿਸੀਜਨ ਲੈਣ ਵੇਲੇ ਸਾਡਾ ਕੈਸ਼ ਫਲੋ ਜਾਂ ਮੌਜੂਦਾ ਸਮੇਂ ਦੇ ਉੱਤੇ ਸਾਡੀ ਆਮਦਨ ਦੇ ਬਾਰੇ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਕਿਸੇ ਹੋਰ ਸੋਰਸ ਤੋਂ ਜਿਹੜੇ ਕਿ ਸਾਡਾ ਕੰਮਕਾਰ ਹੋ ਸਕਦਾ ਜਾਂ ਕੋਈ ਪੈਨਸ਼ਨ ਪਲਾਨ ਹੋ ਸਕਦੀ ਹੈ, ਸਾਨੂੰ ਕਿੰਨੀ ਆਮਦਨ ਆ ਰਹੀ ਹੈ। ਇਸ ਲਈ CPP ਦੇ ਲਈ ਫੈਸਲਾ ਲੈਣ ਲਈ ਲੌਂਜੀਟਿਵਿਟੀ ਯਾਨੀ ਕਿ ਸਾਡੀ ਉਮਰ ਤਾਂ ਇੱਕ ਫੈਕਟਰ ਹੈ, ਪਰ ਸਾਡੀ ਪੈਸੇ ਦੀ ਜ਼ਰੂਰਤ ਵੀ ਇੱਕ ਬਹੁਤ ਵੱਡਾ ਫੈਕਟਰ ਹੈ ਇਹ ਡਿਸਾਈਡ ਕਰਨ ਲਈ ਕਿ ਪੈਨਸ਼ਨ 60 ਤੇ 65 ਤੇ ਜਾਂ ਫਿਰ 70 ਤੇ ਲਈ ਜਾਵੇ। CPP ਨੂੰ ਕਿਸ ਸਮੇਂ ਤੇ ਲਿਆ ਜਾਵੇ, ਇਸ ਨੂੰ ਡਿਸਾਈਡ ਕਰਨ ਦਾ ਦੂਸਰਾ ਫੈਕਟਰ ਹੈ ਕਿ ਕੀ ਤੁਸੀਂ 60 ਸਾਲ ਦੀ ਉਮਰ ਤੋਂ ਬਾਅਦ ਵੀ ਕੰਮ ਕਰ ਰਹੇ ਹੋ। ਹੁਣ ਜੇਕਰ 60 ਸਾਲ ਦੀ ਉਮਰ ਤੋਂ ਬਾਅਦ ਵੀ ਕੰਮ ਕਰ ਰਹੇ ਹੋ ਔਰ ਤੁਹਾਡੀ ਆਮਦਨ ਸਫੀਸ਼ੀਐਂਟ ਹੈ ਤਾਂ ਹੋ ਸਕਦਾ ਹੈ ਕਿ CPP ਨੂੰ ਡਿਲੇ ਕਰਨ ਦਾ ਫੈਸਲਾ ਸਹੀ ਸਾਬਿਤ ਹੋਵੇ, ਕਿਉਂਕਿ ਇੱਕ ਤਾਂ ਤੁਹਾਡੇ ਕੋਲ ਆਮਦਨ ਦਾ ਇੱਕ ਸੋਰਸ ਹੈ ਔਰ ਦੂਸਰੀ ਗੱਲ CPP ਉਸ ਆਮਦਨ ਨਾਲ ਜੁੜ ਕੇ ਟੈਕਸ ਦੀ ਲਾਇਬਿਲਿਟੀ ਨੂੰ ਹੋਰ ਵਧਾ ਸਕਦੀ ਹੈ। ਇਸ ਕਰਕੇ ਅਜਿਹੇ ਹਾਲਾਤ ਦੇ ਵਿੱਚ CPP ਨੂੰ ਡਿਲੇ ਕਰਨਾ ਜਾਇਜ਼ ਹੋ ਸਕਦਾ ਹੈ ਅਗਰ ਤੁਸੀਂ 60 ਸਾਲ ਦੀ ਉਮਰ ਤੋਂ ਬਾਅਦ ਵੀ ਕੰਮ ਕਰ ਰਹੇ ਹੋ। ਪਰ ਇੱਥੇ ਇੱਕ ਮੈਂ ਫੰਡਾ ਜ਼ਰੂਰ ਦੱਸਦਾ ਕਿ ਬੇਸ਼ੱਕ ਤੁਸੀਂ 60 ਸਾਲ ਦੀ ਉਮਰ ਦੇ ਵਿੱਚ CPP ਲੈਣੀ ਸ਼ੁਰੂ ਕਰ ਸਕਦੇ ਹੋ, ਲੇਕਿਨ ਤੁਹਾਨੂੰ ਆਪਣੀ CPP ਦੀ ਕੰਟਰੀਬਿਊਸ਼ਨ 65 ਸਾਲ ਦੀ ਉਮਰ ਤੱਕ ਜਾਰੀ ਰੱਖਣੀ ਪਵੇਗੀ ਲਾਜ਼ਮੀ। ਹੁਣ ਕਿਸ ਉਮਰ ਦੇ ਉੱਤੇ CPP ਲਈ ਜਾਵੇ, 60, 65 ਜਾਂ 70, ਇਸ ਨੂੰ ਡਿਸਾਈਡ ਕਰਨ ਦਾ ਇੱਕ ਤੀਸਰਾ ਪੁਆਇੰਟ ਹੈ ਜਿਹਨੂੰ ਅਸੀਂ CPP ਦਾ ਬ੍ਰੇਕ ਈਵਨ ਪੁਆਇੰਟ ਕਹਿੰਦੇ ਹਾਂ। ਯਾਨੀ ਕਿ ਤੁਸੀਂ ਪੈਨਸ਼ਨ 60 ਤੇ ਲੈ ਰਹੇ ਹੋ, 65 ਤੇ ਲੈ ਰਹੇ ਹੋ ਜਾਂ ਫਿਰ 70 ਤੇ ਲੈ ਰਹੇ ਹੋ, ਕਿਹੜਾ ਅਜਿਹਾ ਸਮਾਂ ਆਵੇਗਾ ਜਦੋਂ ਤੁਹਾਡੀ ਪੈਨਸ਼ਨ ਦੀ ਰਕਮ ਸੇਮ ਹੋ ਜਾਵੇਗੀ। ਮੈਨੂੰ ਇੱਕ ਐਗਜ਼ਾਮਪਲ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ। ਮੰਨ ਲਵੋ ਕਿ ਤੁਸੀਂ 65 ਸਾਲ ਦੀ ਉਮਰ ਤੇ ਤੁਹਾਨੂੰ ਤੁਹਾਡੀ ਐਲੀਜੀਬਿਲਿਟੀ ਮੁਤਾਬਕ $1000 ਦੀ CPP ਮਿਲਣੀ ਹੈ, ਪਰ ਤੁਸੀਂ 60 ਸਾਲ ਤੇ ਹੀ ਪੈਨਸ਼ਨ ਲੈਣੀ ਚੂਜ਼ ਕਰ ਲੈਂਦੇ ਹੋ। ਹੁਣ ਇਸ ਦਾ ਮਤਲਬ ਕੀ ਹੋਇਆ ਕਿ ਤੁਹਾਨੂੰ ਹਰ ਮਹੀਨੇ 36% ਯਾਨੀ ਕਿ ਸਿਰਫ $640 ਹੀ ਪੈਨਸ਼ਨ ਮਿਲਣਗੇ। ਤੁਸੀਂ ਹਰ ਮਹੀਨੇ $360 ਘੱਟ ਲੈ ਰਹੇ ਹੋਵੋਗੇ। ਇਹਨਾਂ 5 ਸਾਲਾਂ ਦੇ ਵਿੱਚ ਤੁਹਾਨੂੰ ਕੁੱਲ CPP ਮਿਲੇਗੀ $38,400। ਤੇ ਹੁਣ ਜੇਕਰ ਤੁਸੀਂ ਇਹ ਪੈਨਸ਼ਨ $360 ਹਰ ਮਹੀਨੇ ਘੱਟ ਲੈ ਰਹੇ ਹੋ ਤਾਂ ਇਸ ਦਾ ਮਤਲਬ ਹੈ ਕਿ ਜੇਕਰ 65 ਸਾਲ ਦੀ ਉਮਰ ਤੇ ਮਿਲਣ ਵਾਲੀ ਪੈਨਸ਼ਨ ਨਾਲ ਕੰਪੇਅਰ ਕਰੀਏ ਤਾਂ ਫਿਰ 38,400 ਜੋ ਤੁਸੀਂ ਕੁੱਲ ਪੈਨਸ਼ਨ ਲਈ ਹੈ ਤੇ 3,360 ਜੋ ਤੁਸੀਂ ਘੱਟ ਪੈਨਸ਼ਨ ਲਈ ਹੈ, ਇਹਨੂੰ ਭਾਗ ਕਰਨ ਤੇ 107 ਮਹੀਨੇ ਆਉਂਦੇ ਨੇ, ਯਾਨੀ ਕਿ 8 ਸਾਲ 11 ਮਹੀਨੇ ਲੱਗ ਜਾਣਗੇ ਇਹਨਾਂ ਦੋਵਾਂ ਪੈਨਸ਼ਨਸ ਨੂੰ ਬਰਾਬਰ ਹੋਣ ਦੇ ਵਿੱਚ। ਹੁਣ ਇਸ ਦਾ ਸਿੱਧਾ ਮਤਲਬ ਇਹ ਹੋਇਆ ਕਿ ਜੇਕਰ ਤੁਹਾਡੀ ਉਮਰ 74 ਸਾਲ ਦੀ ਹੋਈ ਤਾਂ ਤੁਹਾਡੀ 60 ਤੇ 65 ਸਾਲ 'ਚ ਸ਼ੁਰੂ ਕੀਤੀ ਗਈ ਪੈਨਸ਼ਨ ਬਰਾਬਰ ਹੋ ਜਾਵੇਗੀ। ਪਰ ਹੁਣ ਜੇਕਰ ਤੁਸੀਂ 74 ਸਾਲ ਦੀ ਉਮਰ ਤੋਂ ਬਾਅਦ ਵੀ ਜੀਵਤ ਰਹਿੰਦੇ ਹੋ ਤਾਂ ਫਿਰ 60 ਸਾਲ ਤੇ ਮਿਲਣ ਵਾਲੀ ਪੈਨਸ਼ਨ 65 ਸਾਲ ਦੇ ਮੁਕਾਬਲੇ ਕਾਫੀ ਘੱਟ ਜਾਵੇਗੀ। ਇੱਕ ਹੋਰ ਫੈਕਟਰ ਹੈ ਜਿਹੜਾ ਕਿ CPP ਕਿਸ ਉਮਰ ਵਿੱਚ ਲਈ ਜਾਵੇ ਇਸ ਨੂੰ ਡਿਸਾਈਡ ਕਰਨ ਦੇ ਵਿੱਚ ਸਾਡੀ ਹੈਲਪ ਕਰ ਸਕਦਾ ਹੈ, ਉਹ ਹੈ ਓਪਰਚੁਨਿਟੀ ਕਾਸਟ ਆਫ ਡਿਲੇਇੰਗ। ਯਾਨੀ ਕਿ CPP ਨੂੰ ਡਿਲੇ ਕਰਕੇ ਵੱਧ ਲੈਣਾ ਉਹ ਜ਼ਿਆਦਾ ਢੁਕਵਾਂ ਹੈ ਕਿ ਜਲਦੀ CPP ਲੈ ਕੇ ਉਸ ਦੀ ਰਕਮ ਨੂੰ ਕਿਤੇ ਇਨਵੈਸਟ ਕਰਕੇ ਵੱਧ ਵਿਆਜ ਕਮਾ ਲੈਣਾ ਜ਼ਿਆਦਾ ਢੁਕਵਾਂ ਹੈ। ਪਰ ਇਹ ਸਭ ਕੁਝ ਡਿਪੈਂਡ ਕਰੇਗਾ ਕਿ ਉਸ ਵੇਲੇ ਯਾਨੀ ਕਿ ਜਿਸ ਉਮਰ ਦੇ ਵਿੱਚ ਤੁਸੀਂ CPP ਲੈਣੀ ਸ਼ੁਰੂ ਕਰਨੀ ਹੈ ਉਸ ਵੇਲੇ ਤੁਹਾਡਾ ਕੈਸ਼ ਫਲੋ ਯਾਨੀ ਕਿ ਤੁਹਾਡੇ ਕੋਲ ਆਮਦਨ ਜਾਂ ਬਚਤ ਕਿੰਨੀ ਹੈ। ਜੇਕਰ ਵਾਕਈ ਹੀ ਤੁਹਾਨੂੰ ਉਸ ਵੇਲੇ ਆਪਣੇ ਖਰਚੇ ਚਲਾਉਣ ਲਈ CPP ਦੀ ਜ਼ਰੂਰਤ ਹੈ ਤਾਂ ਫਿਰ ਉਸ ਉਮਰ 'ਚ CPP ਲੈਣਾ ਜ਼ਿਆਦਾ ਢੁਕਵਾਂ ਹੈ। ਮੈਂ ਇੱਥੇ ਇੱਕ ਫੰਡਾ ਹੋਰ ਕਲੀਅਰ ਕਰਦਾ ਕਿ ਮੰਨ ਲਓ ਤੁਸੀਂ ਕਿਸੇ ਵੀ ਉਮਰ ਦੇ ਵਿੱਚ CPP ਸ਼ੁਰੂਆਤ ਕਰਨ ਦਾ ਫੈਸਲਾ ਲੈ ਲੈਂਦੇ ਹੋ, ਪਰ ਬਾਅਦ ਦੇ ਵਿੱਚ ਤੁਸੀਂ ਇਸ ਫੈਸਲੇ ਨੂੰ ਬਦਲਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ 6 ਮਹੀਨੇ ਦਾ ਸਮਾਂ ਹੁੰਦਾ ਹੈ ਜਿਸ ਦੇ ਵਿੱਚ ਤੁਸੀਂ ਲਈ ਹੋਈ CPP ਨੂੰ ਵਾਪਸ ਕਰਕੇ ਤੇ ਜੇਕਰ ਤੁਸੀਂ CPP ਦੀ ਕੰਟਰੀਬਿਊਸ਼ਨ ਬੰਦ ਕਰ ਦਿੱਤੀ ਸੀ ਤਾਂ ਤੁਸੀਂ ਉਹਨੂੰ ਜਾਰੀ ਕਰਕੇ ਇਸ ਫੈਸਲੇ ਨੂੰ ਰਿਵਰਟ ਕਰ ਸਕਦੇ ਹੋ। ਪਰ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ 60 ਸਾਲ ਦੀ ਉਮਰ ਤੋਂ ਲੈ ਕੇ 65 ਸਾਲ ਦੀ ਉਮਰ ਤੱਕ ਬੇਸ਼ੱਕ ਤੁਸੀਂ CPP ਲੈ ਵੀ ਰਹੇ ਹੋ, ਤੁਹਾਨੂੰ ਕੰਟਰੀਬਿਊਸ਼ਨ ਕਰਨੀ ਪਵੇਗੀ ਲਾਜ਼ਮੀ। ਇਸ ਐਪੀਸੋਡ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਮੈਂ CPP ਦੇ ਕਿਸ ਸਮੇਂ ਤੇ ਲਈ ਜਾਵੇ ਇਸ ਬਾਰੇ ਥੋੜੀ ਜਿਹੀ ਬੇਸਿਕ ਜਾਣਕਾਰੀ ਦੇ ਸਕਾਂ, ਲੇਕਿਨ ਸੁਜੈਸ਼ਨ ਇਹੀ ਹੈ ਕਿ ਅਗਰ CPP ਦੇ ਬਾਰੇ ਤੁਸੀਂ ਕੋਈ ਫੈਸਲਾ ਲੈਣਾ ਹੈ ਤਾਂ ਤੁਸੀਂ ਆਪਣੇ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਬੈਠ ਕੇ ਇਸ ਬਾਰੇ ਡਿਸਾਈਡ ਕਰੋ ਕਿ ਤੁਹਾਨੂੰ ਕਿਸ ਉਮਰ ਦੇ ਵਿੱਚ CPP ਲੈਣੀ ਜ਼ਿਆਦਾ ਢੁਕਵੀਂ ਹੈ, ਕਿਉਂਕਿ ਤੁਹਾਡੀ ਜ਼ਿੰਦਗੀ ਦਾ ਬਹੁਤ ਅਹਿਮ ਫੈਸਲਾ ਹੈ। ਤੇ ਫਰੈਂਡਸ, ਉਮੀਦ ਕਰਦਾ ਹਾਂ ਕਿ CPP ਤੇ CPP ਨੂੰ ਲੈਣ ਦੇ ਸਹੀ ਸਮੇਂ ਬਾਰੇ ਜਾਂ CPP ਦੇ ਜਿਹੜੇ ਫੰਡੇ ਨੇ ਉਹਨਾਂ ਨੂੰ ਤੁਸੀਂ
ਲੋਕਾਂ ਤੱਕ ਪਹੁੰਚਾਉਣ ਵਿੱਚ ਮੇਰੀ ਮਦਦ ਜ਼ਰੂਰ ਕਰੋਗੇ ਮੇਰੇ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਕੇ, ਕਿਉਂਕਿ ਤੁਹਾਡੇ ਲਾਈਕ, ਤੁਹਾਡੇ ਸ਼ੇਅਰ ਤੇ ਤੁਹਾਡੇ ਸਬਸਕ੍ਰਾਈਬਸ ਸਾਨੂੰ ਇਨਕਰੇਜ ਕਰਦੇ ਨੇ ਕੋਈ ਨਵਾਂ ਟੌਪਿਕ, ਕੋਈ ਨਵੀਂ ਜਾਣਕਾਰੀ ਲੈ ਕੇ ਆਉਣ ਲਈ ਹਰ ਸੋਮਵਾਰ। ਤੇ ਹੁਣ ਤੱਕ ਜੇਕਰ ਤੁਸੀਂ ਸਾਡਾ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਸਾਡਾ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ, ਨਹੀਂ ਤਾਂ ਫਿਰ ਐਵਰੀ ਮੰਡੇ ਯੂ ਵਿਲ ਮਿਸ ਸਿੰਘ ਦੇ ਫੰਡੇ।